ਸਤਿ ਸ੍ਰੀ ਅਕਾਲ। ਮੈਂ ਸੁਸ਼ੀਲ ਤੁਹਾਡਾ ਚੌਧਰੀ ਅਕੈਡਮੀ ਦੇ ਵਿੱਚ ਸਵਾਗਤ ਕਰਦਾ ਹਾਂ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਹਨ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅੱਜ ਦਾ ਪਹਿਲਾ ਕੁਐਸਚਨ ਹੈ, ਕਿਸ ਸਰਕਾਰ ਵਿੱਚ ਵਿਧਾਨ ਪਾਲਿਕਾ ਨੂੰ ਕਾਰਜਪਾਲਿਕਾ ਉੱਤੇ ਤਰਜੀਹ ਦਿੱਤੀ ਜਾਂਦੀ ਹੈ? 1 ਰਾਸ਼ਟਰਪਤੀ ਸਰਕਾਰ, 1 ਸੰਘੀ ਸਰਕਾਰ, 1 ਤਾਨਾਸ਼ਾਹੀ ਸਰਕਾਰ, 1 ਸੰਸਦੀ ਸਰਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 1 ਸੰਸਦੀ ਸਰਕਾਰ। ਭਾਰਤ ਦੇ ਰਾਸ਼ਟਰਪਤੀ ਵਜੋਂ ਚੁਣੇ ਜਾਣ ਲਈ ਘੱਟੋ ਘੱਟ ਉਮਰ ਕਿੰਨੀ ਹੈ? 40 ਸਾਲ, 35 ਸਾਲ, 30 ਸਾਲ, 25 ਸਾਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 35 ਸਾਲ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਅਹੁਦੇ ਅਤੇ ਗੁਪਤਾ ਦੀ ਸਹੁੰ ਕੌਣ ਚੁਕਾਉਂਦਾ ਹੈ? ਪ੍ਰਧਾਨ ਮੰਤਰੀ, ਸੁਪਰੀਮ ਕੋਰਟ ਦੇ ਚੀਫ ਜਸਟਿਸ, ਰਾਸ਼ਟਰਪਤੀ, ਲੋਕ ਸਭਾ ਸਪੀਕਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸੁਪਰੀਮ ਕੋਰਟ ਦੇ ਚੀਫ ਜਸਟਿਸ। ਕੌਣ ਮੰਤਰੀ ਮੰਡਲ ਦੀ ਨਿਯੁਕਤੀ ਕਰਦਾ ਹੈ? ਸਪੀਕਰ, ਸੁਪਰੀਮ ਕੋਰਟ ਦੇ ਚੀਫ ਜਸਟਿਸ, ਉਪ ਰਾਸ਼ਟਰਪਤੀ, ਰਾਸ਼ਟਰਪਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਰਾਸ਼ਟਰਪਤੀ। ਭਾਰਤੀ ਸੰਵਿਧਾਨ ਦਾ ਕਿਹੜਾ ਹਿੱਸਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਹੈ? ਭਾਗ 4, ਭਾਗ 7, ਭਾਗ 8, ਭਾਗ 9। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਭਾਗ 8। ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਸੋਧ ਕਰਨ ਦਾ ਅਧਿਕਾਰ ਦਿੰਦੀ ਹੈ? ਧਾਰਾ 368, ਆਰਟੀਕਲ 252, ਧਾਰਾ 254, ਆਰਟੀਕਲ 256। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਧਾਰਾ 368। ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਰਾਜਾਂ ਵਿੱਚ ਸੰਵਿਧਾਨਿਕ ਮਸ਼ੀਨਰੀ ਦੀ ਅਸਫਲਤਾ ਦੇ ਆਧਾਰ 'ਤੇ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਹੈ? ਧਾਰਾ 350, ਧਾਰਾ 352, ਧਾਰਾ 356, ਧਾਰਾ 368। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਧਾਰਾ 356। ਭਾਰਤੀ ਸੰਵਿਧਾਨ ਦੇ ਅਨੁਛੇਦ 40 ਦੇ ਅਨੁਸਾਰ ਰਾਜ ਸਭਾ ਵਿੱਚ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ। ਇਹਨਾਂ 250 ਮੈਂਬਰਾਂ ਵਿੱਚੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਿੰਨੇ ਨੁਮਾਇੰਦੇ ਹਨ? 230, 236, 238, 242। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, 238। ਭਾਰਤ ਦੇ ਸੰਵਿਧਾਨ ਦੀ 42ਵੀਂ ਸੋਧ ਸਾਲ ਵਿੱਚ ਲਾਗੂ ਕੀਤੀ ਗਈ ਸੀ? 1947, 1976, 1991, 2016। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 1978। ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਵਿੱਚ ਦਲ ਬਦਲੀ ਦੇ ਆਧਾਰ 'ਤੇ ਸੰਸਦ ਮੈਂਬਰ ਨੂੰ ਅਯੋਗ ਠਹਿਰਾਉਣ ਸੰਬੰਧੀ ਵਿਵਸਥਾਵਾਂ ਹਨ? 7ਵੀਂ ਅਨੁਸੂਚੀ, 8ਵੀਂ ਅਨੁਸੂਚੀ, 9ਵੀਂ ਅਨੁਸੂਚੀ, 10ਵੀਂ ਅਨੁਸੂਚੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 10ਵੀਂ ਅਨੁਸੂਚੀ। ਭਾਰਤੀ ਸੰਵਿਧਾਨ ਦੇ ਅਨੁਛੇਦ 75 ਦੇ ਅਨੁਸਾਰ ਮੰਤਰੀ ਸਮੂਹਿਕ ਤੌਰ 'ਤੇ
ਸੰਸਦ ਪ੍ਰਤੀ ਅਤੇ ਖਾਸ ਤੌਰ 'ਤੇ ਕਿਸ ਲਈ ਜ਼ਿੰਮੇਵਾਰ ਹਨ? ਲੋਕ ਸਭਾ, ਰਾਜ ਸਭਾ, ਪ੍ਰਧਾਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਲੋਕ ਸਭਾ। ਭਾਰਤੀ ਸੰਵਿਧਾਨ ਵਿੱਚ 3 ਕਿਸਮ ਦੀਆਂ ਸੂਚੀਆਂ ਹਨ, ਜਿਵੇਂ ਕਿ ਸੰਘ ਸੂਚੀ, ਰਾਜ ਸੂਚੀ ਅਤੇ ਜ਼ਿਲ੍ਹਾ ਸੂਚੀ, ਪੰਚਾਇਤ ਸੂਚੀ, ਸਮਕਾਲੀ ਸੂਚੀ। ਕੋਈ ਵਿਕਲਪ ਸਹੀ ਨਹੀਂ ਹੈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸਮਕਾਲੀ ਸੂਚੀ। ਭਾਰਤੀ ਸੰਵਿਧਾਨ ਦਾ ਕਿਹੜਾ ਹਿੱਸਾ ਕੇਂਦਰ ਰਾਜ ਸੰਬੰਧੀ ਸੰਬੰਧਾਂ ਨਾਲ ਸੰਬੰਧਿਤ ਹੈ? ਭਾਗ 10, ਭਾਗ 8, ਭਾਗ 12, ਭਾਗ 20। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਭਾਗ 12। ਭਾਰਤੀ ਸੰਵਿਧਾਨ ਦਾ ਆਰਟੀਕਲ 360 ਵਿੱਤੀ ਐਮਰਜੈਂਸੀ ਦੀ ਘੋਸ਼ਣਾ ਕਰਨ ਦਾ ਅਧਿਕਾਰ ਕਿਸ ਨੂੰ ਦਿੰਦਾ ਹੈ? ਭਾਰਤ ਦਾ ਵਿੱਤ ਮੰਤਰੀ, ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ, ਭਾਰਤ ਦੇ ਰਾਸ਼ਟਰਪਤੀ, ਭਾਰਤ ਦੇ ਰੱਖਿਆ ਮੰਤਰੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਭਾਰਤ ਦੇ ਰਾਸ਼ਟਰਪਤੀ। ਕਿਹੜੇ ਸੰਵਿਧਾਨਿਕ ਸੋਧ ਐਕਟ ਨੇ ਪੰਚਾਇਤਾਂ ਨੂੰ ਸੰਵਿਧਾਨਿਕ ਮਾਨਤਾ ਦਿੱਤੀ? 72ਵਾਂ ਸੰਵਿਧਾਨਿਕ ਸੋਧ ਐਕਟ, 73ਵਾਂ ਸੰਵਿਧਾਨਿਕ ਸੋਧ ਐਕਟ, 74ਵਾਂ ਸੰਵਿਧਾਨਿਕ ਸੋਧ ਐਕਟ, 75ਵਾਂ ਸੰਵਿਧਾਨਿਕ ਸੋਧ ਐਕਟ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 73ਵਾਂ ਸੰਵਿਧਾਨਿਕ ਸੋਧ ਐਕਟ। ਭਾਰਤੀ ਸੰਵਿਧਾਨ ਦਾ ਕਿਹੜਾ ਥੰਬ ਇਸ ਦਾ ਅੰਤਮ ਵਿਆਖਿਆਕਾਰ ਹੈ? ਕਾਰਜਕਾਰੀ, ਵਿਧਾਇਕ, ਨਿਆਂਪਾਲਿਕਾ। ਕੋਈ ਵਿਕਲਪ ਸਹੀ ਨਹੀਂ ਹੈ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਨਿਆਂਪਾਲਿਕਾ। ਇੱਕ ਅੰਗਰੇਜ਼ ਦਾਰਸ਼ਨਿਕ ਅਤੇ ਡਾਕਟਰ ਜੋਨਸ ਲੋਕ ਦੇ ਅਨੁਸਾਰ ਕਿਹੜਾ ਕੁਦਰਤੀ ਅਧਿਕਾਰ ਨਹੀਂ ਹੈ? ਆਜ਼ਾਦੀ, ਸਮਾਨਤਾ, ਜਾਇਦਾਦ, ਵੋਟ ਦਾ ਅਧਿਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਵੋਟ ਦਾ ਅਧਿਕਾਰ। 73ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਸ਼ਾਮਿਲ ਕੀਤੀ ਗਈ ਸੀ? 8ਵੀਂ ਅਨੁਸੂਚੀ, 9ਵੀਂ ਅਨੁਸੂਚੀ, 10ਵੀਂ ਅਨੁਸੂਚੀ, 11ਵੀਂ ਅਨੁਸੂਚੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 11ਵੀਂ ਅਨੁਸੂਚੀ। ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਇੱਕ ਨਾਗਰਿਕ ਭਾਰਤ ਦੀ ਸੁਪਰੀਮ ਕੋਰਟ ਵਿੱਚ ਜਾ ਸਕਦਾ ਹੈ ਜੇਕਰ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ? ਆਰਟੀਕਲ 21, ਆਰਟੀਕਲ 1, ਧਾਰਾ 32, ਆਰਟੀਕਲ 226। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਧਾਰਾ 32। ਜੰਮੂ ਅਤੇ ਕਸ਼ਮੀਰ ਰਾਜ ਦੇ ਸੰਬੰਧ ਵਿੱਚ ਅਸਥਾਈ ਉਪਬੰਧ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਿੱਤੇ ਗਏ ਹਨ? ਧਾਰਾ 350, ਧਾਰਾ 360, ਧਾਰਾ 370, ਧਾਰਾ 380। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਧਾਰਾ 300। ਭਾਰਤ ਦੇ ਸੰਵਿਧਾਨ ਦੇ 17ਵੇਂ ਦਾ ਹਿੱਸਾ ਨਾਲ ਸੰਬੰਧਿਤ ਹੈ? ਚੋਣਾਂ, ਸਰਕਾਰੀ ਭਾਸ਼ਾ, ਪੰਚਾਇਤ, ਮੌਲਿਕ ਅਧਿਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਰਕਾਰੀ ਭਾਸ਼ਾ। ਜੇਕਰ ਕਿਸੇ ਨਾਗਰਿਕ ਦੇ ਕਿਸੇ ਵੀ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਤਾਂ ਭਾਰਤੀ ਸੰਵਿਧਾਨ ਦੀ ਧਾਰਾ 226 ਦੇ ਤਹਿਤ ਉਹ ਵਿੱਚ ਜਾ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ ਮੁੱਖ ਜੱਜ, ਭਾਰਤ ਦੇ ਰਾਸ਼ਟਰਪਤੀ, ਰਾਜ ਦੀ ਉੱਚ ਅਦਾਲਤ। ਇਸ ਦਾ ਸਹੀ ਆਨਸਰ ਹੋਏਗਾ
ਆਪਸ਼ਨ ਨੰਬਰ ਡੀ ਰਾਜ ਦੀ ਉੱਚ ਅਦਾਲਤ। ਭਾਰਤ ਵਿੱਚ ਕਿਸ ਨੂੰ ਜਨਤਕ ਪਰਸ ਦੇ ਸਰਪ੍ਰਸਤ ਵਜੋਂ ਵੀ ਜਾਣਿਆ ਜਾਂਦਾ ਹੈ? ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ, ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ ਮੁੱਖ ਜੱਜ, ਕਾਨੂੰਨ ਅਤੇ ਨਿਆਂ ਮੰਤਰਾਲਾ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ। ਕੌਣ ਤਿੰਨ ਸੂਚੀਆਂ ਦੇ ਅਧੀਨ ਕਿਸੇ ਵੀ ਵਿਸ਼ੇ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਕਾਨੂੰਨ ਬਣਾ ਸਕਦਾ ਹੈ, ਜਿਵੇਂ ਕਿ ਯੂਨੀਅਨ ਦੀ ਸੂਚੀ, ਰਾਜ ਸੂਚੀ ਅਤੇ ਸਮਕਾਲੀ ਸੂਚੀ? ਇਕੱਲੇ ਭਾਰਤ ਦਾ ਰਾਸ਼ਟਰਪਤੀ, ਸੰਸਦ, ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ ਗ੍ਰਹਿ ਮੰਤਰੀ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਸੰਸਦ। ਰਾਸ਼ਟਰਪਤੀ ਕਿਸ ਦੀ ਸਲਾਹ ਨਾਲ ਸੰਸਦ ਦੇ ਸਾਰੇ ਸੈਸ਼ਨ ਬੁਲਾਉਂਦੇ ਅਤੇ ਮੁਲਤਵੀ ਕਰਦੇ ਹਨ? ਸਪੀਕਰ, ਪ੍ਰਧਾਨ ਮੰਤਰੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ, ਮੰਤਰੀ ਮੰਡਲ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਪ੍ਰਧਾਨ ਮੰਤਰੀ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸ਼ਬਦ ਨੂੰ ਕਿਸ ਸੰਵਿਧਾਨਿਕ ਸੋਧ ਦੁਆਰਾ ਜੋੜਿਆ ਗਿਆ ਸੀ? 41ਵੀਂ ਸੰਵਿਧਾਨਿਕ ਸੋਧ, 42ਵਾਂ ਸੰਵਿਧਾਨਿਕ ਸੋਧ, 43ਵੀਂ ਸੰਵਿਧਾਨਿਕ ਸੋਧ, 44ਵਾਂ ਸੰਵਿਧਾਨਿਕ ਸੋਧ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ 42ਵਾਂ ਸੰਵਿਧਾਨਿਕ ਸੋਧ। ਲੋਕ ਸਭਾ ਸਕੱਤਰੇਤ ਦੇ ਸਿੱਧੇ ਨਿਯੰਤਰਣ ਅਧੀਨ ਆਉਂਦਾ ਹੈ? ਗ੍ਰਹਿ ਮੰਤਰਾਲੇ, ਸੰਸਦੀ ਮਾਮਲਿਆਂ ਦਾ ਮੰਤਰਾਲਾ, ਲੋਕ ਸਭਾ ਦਾ ਸਪੀਕਰ, ਰਾਸ਼ਟਰਪਤੀ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਲੋਕ ਸਭਾ ਦਾ ਸਪੀਕਰ। ਜੇਕਰ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਬਜਟ ਹਾਰ ਜਾਂਦਾ ਹੈ ਤਾਂ ਇਕੱਲੇ ਵਿੱਤ ਮੰਤਰੀ ਨੂੰ ਅਸਤੀਫਾ ਦੇਣਾ ਪਵੇਗਾ, ਸੰਬੰਧਿਤ ਵਿੱਤ ਮੰਤਰੀ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ, ਮੁੱਖ ਮੰਤਰੀ ਦੇ ਨਾਲ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪਵੇਗਾ, ਮੁੜ ਚੋਣ ਦਾ ਆਦੇਸ਼ ਦਿੱਤਾ ਜਾਣਾ ਚਾਹੀਦਾ ਹੈ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਮੁੱਖ ਮੰਤਰੀ ਦੇ ਨਾਲ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪਵੇਗਾ। ਕੇਂਦਰ ਅਤੇ ਰਾਜਾਂ ਵਿਚਕਾਰ ਵਿਵਾਦਾਂ ਦਾ ਫੈਸਲਾ ਕਰਨ ਦੀ ਭਾਰਤ ਦੀ ਸੁਪਰੀਮ ਕੋਰਟ ਦੀ ਸ਼ਕਤੀ ਇਸ ਦੇ ਅਧੀਨ ਆਉਂਦੀ ਹੈ? ਸਲਾਹਕਾਰ ਅਧਿਕਾਰ ਖੇਤਰ, ਮੂਲ ਅਧਿਕਾਰ ਖੇਤਰ, ਅਪੀਲੀ ਅਧਿਕਾਰ ਖੇਤਰ, ਨਿਆਂ ਸ਼ਾਸਤਰ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਮੂਲ ਅਧਿਕਾਰ ਖੇਤਰ। ਕਲਿਆਣਕਾਰੀ ਰਾਜ ਦੇ ਵਿਚਾਰ ਇਸ ਵਿੱਚ ਸ਼ਾਮਿਲ ਹਨ? ਮੌਲਿਕ ਅਧਿਕਾਰ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ, ਸੰਵਿਧਾਨ ਦੀ ਪ੍ਰਸਤਾਵਨਾ, ਭਾਗ 7? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਲੋਕ ਸਭਾ ਦੇ ਸਪੀਕਰ ਨੇ ਆਪਣੇ ਅਸਤੀਫੇ ਦੀ ਚਿੱਠੀ ਨੂੰ ਸੰਬੋਧਿਤ ਕੀਤਾ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦਾ ਡਿਪਟੀ ਸਪੀਕਰ, ਭਾਰਤ ਦੇ ਚੀਫ ਜਸਟਿਸ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਲੋਕ ਸਭਾ ਦਾ ਡਿਪਟੀ ਸਪੀਕਰ। ਸੰਸਦ ਦੀ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਭਾਰਤ ਦੇ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ, ਲੋਕ ਸਭਾ ਦਾ ਸਪੀਕਰ, ਰਾਜ ਸਭਾ ਦਾ ਚੇਅਰਮੈਨ? ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ ਲੋਕ ਸਭਾ ਦਾ ਸਪੀਕਰ। ਲੋਕ ਸਭਾ ਦੀ ਮੀਟਿੰਗ ਆਯੋਜਿਤ ਕਰਨ ਲਈ
ਮੌਜੂਦ ਮੈਂਬਰਾਂ ਦੀ ਘੱਟੋ ਘੱਟ ਗਿਣਤੀ ਹੈ। ਕੁੱਲ ਮੈਂਬਰਸ਼ਿਪ ਦਾ 1/4 ਹਿੱਸਾ, ਕੁੱਲ ਮੈਂਬਰਸ਼ਿਪ ਦਾ 10ਵਾਂ ਹਿੱਸਾ, ਲੋਕ ਸਭਾ ਦੀ 50% ਦੀ ਗਿਣਤੀ, ਘੱਟੋ ਘੱਟ 100 ਮੈਂਬਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਕੁੱਲ ਮੈਂਬਰਸ਼ਿਪ ਦਾ 10ਵਾਂ ਹਿੱਸਾ। ਸੱਟੇਬਾਜ਼ੀ ਅਤੇ ਜੂਆ ਖੇਡਣਾ ਭਾਰਤ ਦੇ ਸੰਵਿਧਾਨ ਵਿੱਚ 7ਵੀਂ ਅਨੁਸੂਚੀ ਵਿੱਚ ਦਿੱਤੀ ਗਈ ਸੂਚੀ ਵਿੱਚ ਸੂਚੀਬੱਧ ਹੈ। ਯੂਨੀਅਨ, ਰਾਜ, ਗਲੋਬਲ, ਸਮਕਾਲੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਰਾਜ। ਭਾਰਤੀ ਸੰਵਿਧਾਨ ਦੇ ਕਿਹੜੇ ਮੌਲਿਕ ਅਧਿਕਾਰ ਵਿੱਚ ਛੂਤ-ਛਾਤ ਦਾ ਖਾਤਮਾ ਸ਼ਾਮਿਲ ਹੈ? ਸੁਤੰਤਰਤਾ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ, ਧਰਮ ਦੀ ਆਜ਼ਾਦੀ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਸੀ, ਸਮਾਨਤਾ ਦਾ ਅਧਿਕਾਰ। ਉਸ ਕਮਿਸ਼ਨ ਦਾ ਨਾਮ ਦੱਸੋ ਜੋ ਭਾਰਤ ਦੀ ਸੰਵਿਧਾਨਿਕ ਪ੍ਰਣਾਲੀ ਨੂੰ ਸੁਧਾਰਨ ਲਈ 1928 ਵਿੱਚ ਭਾਰਤ ਆਇਆ ਸੀ। ਰੋਲਸ ਐਕਟ, ਪਿਟਸ ਇੰਡੀਆ ਐਕਟ, ਬੰਗਾਲ ਦੀ ਵੰਡ, ਸਾਈਮਨ ਕਮਿਸ਼ਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸਾਈਮਨ ਕਮਿਸ਼ਨ। ਕਿਹੜੇ ਅਧਿਕਾਰ ਖੇਤਰ ਦੇ ਅਧੀਨ ਭਾਰਤ ਦਾ ਰਾਸ਼ਟਰਪਤੀ ਜਨਤਕ ਮਹੱਤਵ ਵਾਲਾ ਕੋਈ ਵੀ ਮਾਮਲਾ ਜਾਂ ਜਿਸ ਵਿੱਚ ਸੰਵਿਧਾਨ ਦੀ ਵਿਆਖਿਆ ਸ਼ਾਮਿਲ ਹੈ, ਸਲਾਹ ਲਈ ਸੁਪਰੀਮ ਕੋਰਟ ਨੂੰ ਭੇਜ ਸਕਦਾ ਹੈ? ਮੂਲ ਅਧਿਕਾਰ ਖੇਤਰ, ਲਿਖਿਤ ਅਧਿਕਾਰ ਖੇਤਰ, ਅਪੀਲੀ ਅਧਿਕਾਰ ਖੇਤਰ, ਸਲਾਹਕਾਰ ਅਧਿਕਾਰ ਖੇਤਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸਲਾਹਕਾਰ ਅਧਿਕਾਰ ਖੇਤਰ। ਭਾਰਤ ਨੇ ਨਿਆਇਕ ਸਮੀਖਿਆ ਦੀ ਧਾਰਨਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਹੈ? ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ, ਕੈਨੇਡਾ, ਆਇਰਲੈਂਡ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਸੰਯੁਕਤ ਰਾਜ। ਕਿਹੜੇ ਦੇਸ਼ ਦਾ ਲਿਖਤੀ ਸੰਵਿਧਾਨ ਨਹੀਂ ਹੈ? ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ, ਸੰਯੁਕਤ ਰਾਜ ਅਮਰੀਕਾ, ਬੰਗਲਾਦੇਸ਼। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ, ਯੂਨਾਈਟਿਡ ਕਿੰਗਡਮ। ਭਾਰਤ ਦੇ ਰਾਸ਼ਟਰਪਤੀ ਦੁਆਰਾ ਉੱਪਰਲੇ ਸਦਨ ਦੇ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਹਨ? 10, 12, 14, 16। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, 12। ਭਾਰਤ ਵਿੱਚ ਕਿਸੇ ਰਾਜ ਦਾ ਰਾਜਪਾਲ ਕੌਣ ਨਿਯੁਕਤ ਕਰਦਾ ਹੈ? ਭਾਰਤ ਦੇ ਪ੍ਰਧਾਨ ਮੰਤਰੀ, ਮੰਤਰੀ ਮੰਡਲ, ਸੁਪਰੀਮ ਕੋਰਟ ਦੇ ਜੱਜ, ਭਾਰਤ ਦੇ ਰਾਸ਼ਟਰਪਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਭਾਰਤ ਦੇ ਰਾਸ਼ਟਰਪਤੀ। ਭਾਰਤ ਵਿੱਚ ਰਾਜ ਦਾ ਕਾਰਜਕਾਰੀ ਮੁਖੀ ਕੌਣ ਹੈ? ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੈਬਨਿਟ ਸਕੱਤਰ, ਵਿੱਤ ਸਕੱਤਰ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਰਾਸ਼ਟਰਪਤੀ। ਭਾਰਤ ਦੇ ਰਾਸ਼ਟਰਪਤੀ ਦੀ ਸਹੁੰ ਕੌਣ ਚੁਕਾਉਂਦਾ ਹੈ? ਭਾਰਤ ਦਾ ਗਵਰਨਰ ਜਨਰਲ, ਭਾਰਤ ਦੇ ਚੀਫ ਜਸਟਿਸ, ਭਾਰਤ ਦੇ ਪ੍ਰਧਾਨ ਮੰਤਰੀ, ਭਾਰਤ ਦੇ ਉਪ ਰਾਸ਼ਟਰਪਤੀ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਭਾਰਤ ਦੇ ਚੀਫ ਜਸਟਿਸ। ਭਾਰਤ ਦੇ ਸੰਵਿਧਾਨ ਦਾ ਭਾਗ 4 ਕਿਸ ਮੁੱਦੇ ਨਾਲ ਸੰਬੰਧਿਤ ਹੈ? ਯੂਨੀਅਨ, ਰਾਜ, ਮੌਲਿਕ ਅਧਿਕਾਰ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਕਰਤੱਵਾਂ ਦਾ ਜ਼ਿਕਰ ਹੈ? 5, 7, 9, 11। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 11।
ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਕਿਸਮਾਂ ਦੀਆਂ ਰਿਟਾਂ ਹਨ? 5, 4, 3, 2। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਏ 5। ਭਾਰਤ ਦੇ ਰਾਸ਼ਟਰਪਤੀ ਨੂੰ ਉਸ ਦੇ ਕਾਰਜਕਾਲ ਦੇ ਪੂਰਾ ਹੋਣ ਤੋਂ ਪਹਿਲਾਂ ਉਸ ਦੇ ਦਫ਼ਤਰ ਤੋਂ ਮਹਾਦੋਸ਼ ਲਗਾਉਣ ਲਈ ਕਿਸ ਦੀ ਸਿਫਾਰਸ਼ ਲਾਜ਼ਮੀ ਹੈ? ਪ੍ਰਧਾਨ ਮੰਤਰੀ, ਲੋਕ ਸਭਾ ਦਾ ਸਪੀਕਰ, ਭਾਰਤ ਦੇ ਚੀਫ ਜਸਟਿਸ, ਸੰਸਦ ਦੇ 2 ਸਦਨ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਸੰਸਦ ਦੇ 2 ਸਦਨ। ਰਾਜ ਸਭਾ ਵਿੱਚ ਕਿਹੜਾ ਬਿੱਲ ਨਹੀਂ ਹੋ ਸਕਦਾ? ਸੰਵਿਧਾਨ ਸੋਧ ਬਿੱਲ, ਸਧਾਰਨ ਬਿੱਲ, ਬੁਨਿਆਦੀ ਬਿੱਲ, ਮਨੀ ਬਿੱਲ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, ਮਨੀ ਬਿੱਲ। ਡਰਾਫਟ ਕਮੇਟੀ ਨੇ ਭਾਰਤੀ ਸੰਵਿਧਾਨ ਕਿਸ ਭਾਸ਼ਾ ਵਿੱਚ ਲਿਖਿਆ ਸੀ? ਅੰਗਰੇਜ਼ੀ ਅਤੇ ਹਿੰਦੀ, ਸਿਰਫ ਅੰਗਰੇਜ਼ੀ, ਅੰਗਰੇਜ਼ੀ ਅਤੇ ਉਰਦੂ, ਅੰਗਰੇਜ਼ੀ, ਹਿੰਦੀ ਅਤੇ ਉਰਦੂ। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਬੀ, ਸਿਰਫ ਅੰਗਰੇਜ਼ੀ। ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਪ੍ਰਤੀਨਿਧੀਆਂ ਲਈ ਕਿੰਨੀਆਂ ਸੀਟਾਂ ਰਾਖਵੀਆਂ ਹਨ? 39, 85, 109, 131। ਇਸ ਦਾ ਸਹੀ ਆਨਸਰ ਹੋਏਗਾ ਆਪਸ਼ਨ ਨੰਬਰ ਡੀ, 131। ਤਾਂ ਇਹ ਸਨ ਅੱਜ ਇੰਡੀਅਨ ਪੋਲਿਟੀ ਦੇ ਕੁਝ ਮਹੱਤਵਪੂਰਨ ਕੁਐਸਚਨ ਜੋ ਕਿ ਤੁਹਾਡੇ ਆਉਣ ਵਾਲੇ ਪੰਜਾਬ ਦੇ ਸਾਰੇ ਪੇਪਰਾਂ ਲਈ ਬਹੁਤ ਹੀ ਜ਼ਰੂਰੀ ਸਨ। ਮੈਂ ਆਸ਼ਾ ਕਰਦਾ ਹਾਂ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਕਿੱਦਾਂ ਦੀ ਕਲਾਸ ਮੈਨੂੰ ਜ਼ਰੂਰ ਕਮੈਂਟ ਕਰਿਓ। ਮੇਰੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਮੈਂ ਕਈ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਕੀਤੀਆਂ ਹੋਈਆਂ ਹਨ। ਜਿਨ੍ਹਾਂ ਨੇ ਮੇਰੀਆਂ ਪਿਛਲੀ ਵੀਡੀਓ ਨਹੀਂ ਦੇਖੀਆਂ ਤਾਂ ਉਹ ਮੇਰੇ ਚੈਨਲ 'ਤੇ ਜਾ ਕੇ ਪਿਛਲੀ ਵੀਡੀਓ ਜ਼ਰੂਰ ਦੇਖ ਲੈਣ। ਅਤੇ ਹੁਣ ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ। ਤਬ ਲਈ ਸਤਿ ਸ੍ਰੀ ਅਕਾਲ।